ਅੱਜ ਅਸੀਂ ਇੱਕ ਖਾਸ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ ਅਸਪਾਇਰ ਬਿਜ਼ਨਸ ਐਸੋਸੀਏਟ ਤੇ ਸੰਜੇ ਵਰਮਾ ਜੀ ਦੇ ਕੋਲ। ਮਾਮਲਾ ਟੈਕਸ ਭਰਨ ਦਾ ਆ। ਟੈਕਸ ਇਸ ਵੇਲੇ ਸਾਰੇ ਭਰ ਰਹੇ ਆ, ਤਰੀਕ ਨੇੜੇ ਆ ਰਹੀ ਆ। ਸਵਾਲ ਬਹੁਤ ਸਾਰੇ ਮਨ ਵਿੱਚ ਨੇ, ਕਿੰਨਾ ਟੈਕਸ ਭਰਨਾ ਚਾਹੀਦਾ। ਕਈ ਲੋਕਾਂ ਦੇ ਟੈਕਸ ਭਰਨ ਤੋਂ ਬਾਅਦ ਪੈਸੇ ਮੁੜਦੇ ਆ, ਕਈਆਂ ਨੂੰ ਦੇਣੇ ਪੈਂਦੇ ਆ। ਟੈਕਸ ਭਰਾਉਣਾ ਕਿਹਦੇ ਤੋਂ ਚਾਹੀਦਾ, ਕੀ ਸਟੂਡੈਂਟ ਨੂੰ ਵੀ ਟੈਕਸ ਭਰਨਾ ਚਾਹੀਦਾ। ਇਹ ਕੁਝ ਗੱਲਾਂ ਬਾਤਾਂ ਅਸੀਂ ਕਲੀਅਰ ਕਰਨ ਦੇ ਲਈ ਸੰਜੇ ਵਰਮਾ ਜੀ ਦੇ ਕੋਲ ਆਏ ਹਾਂ। ਸੰਜੇ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਵੀ ਟੈਕਸ ਭਰਨ ਦੀ ਆਖਰੀ ਤਰੀਕ ਕਿਹੜੀ ਆ, ਅਤੇ ਜੇ ਉਦੋਂ ਤੱਕ ਕੋਈ ਨਾ ਭਰੇ ਫਿਰ ਭਰਿਆ ਜਾ ਸਕਦਾ ਹੁੰਦਾ। ਜਿਹੜੀ ਟੈਕਸ ਭਰਨ ਦੀ ਆਖਰੀ ਤਰੀਕ ਹੈਗੀ ਉਹ ਹੁੰਦੀ ਹੈ April 30th ਐਵਰੀ ਈਅਰ। April 30th ਹੁੰਦੀ ਹੈਗੀ ਹੈ ਜਿਹੜੇ ਇੰਪਲੋਈਜ਼ ਹੈ, ਜਿਵੇਂ ਸਟੂਡੈਂਟਸ ਹੈ, ਵਰਕ ਪਰਮਿਟ 'ਤੇ ਹੈਗੇ ਹੈ, ਉਹਨਾਂ ਵਾਸਤੇ April 30th ਹੁੰਦੀ ਹੈ। ਜੇ ਕੋਈ ਸੈਲਫ ਇੰਪਲੋਇਡ ਹੈਗਾ, ਜਿਵੇਂ ਕੋਈ ਉਬਰ ਚਲਾਉਂਦਾ, ਉਹਦਾ ਬਿਜ਼ਨਸ ਹੈਗਾ ਜਾਂ ਕਿਸੇ ਦਾ ਸਮਾਲ ਬਿਜ਼ਨਸ ਹੈਗਾ, ਉਹਨਾਂ ਦੀ June 15 ਹੁੰਦੀ ਹੈ। ਅਤੇ ਜੇ ਬੰਦਾ 30 ਅਪ੍ਰੈਲ ਤੱਕ ਨਾ ਭਰੇ ਫਿਰ ਇਹ ਹੁੰਦਾ ਕਿ ਜਿਨ੍ਹਾਂ ਦੇ ਤਾਂ ਟੈਕਸ ਦੇਣ ਵਾਲਾ ਹੁੰਦਾ ਹੈ ਉਹਨਾਂ ਨੂੰ 30 ਅਪ੍ਰੈਲ ਤੋਂ ਬਾਅਦ 5% ਪੈਨਲਟੀ ਹੁੰਦੀ ਹੈ ਅਤੇ 1% ਪਰ ਮੰਥ ਦੇ ਹਿਸਾਬ ਨਾਲ ਫਿਰ ਉਹ ਜਿਹੜਾ ਅਮਾਊਂਟ ਡਿਊ ਹੁੰਦਾ ਉਹਦੇ ਉੱਤੇ ਉਹਨਾਂ ਨੂੰ ਇੰਟਰਸਟ ਪੇ ਕਰਨਾ ਪੈਂਦਾ। ਇਹਦੇ 'ਚ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਵੀ ਇਹ ਫਾਈਲ ਕਰਨਾ ਪੈਂਦਾ ਟੈਕਸ। ਹਾਂਜੀ, ਸਟੂਡੈਂਟਸ ਨੂੰ ਕਰ ਦੇਣਾ ਚਾਹੀਦਾ। ਕਈ ਵਾਰੀ ਕੀ ਹੁੰਦਾ, ਜਿਹੜੇ ਸਟੂਡੈਂਟਸ ਦੀ ਕੋਈ ਇਨਕਮ ਨਹੀਂ ਹੁੰਦੀ ਹੈ, ਫੋਰ ਐਗਜ਼ਾਮਪਲ ਜ਼ੀਰੋ ਇਨਕਮ ਕਿਸੇ ਦੀ ਹੈ, ਨਵਾਂ ਆਇਆ, ਅਤੇ ਉਹ ਸੋਚਦੇ ਆ ਕਿ ਸਾਨੂੰ ਟੈਕਸ ਭਰਨ ਦੀ ਲੋੜ ਨਹੀਂ ਹੈਗੀ, ਪਰ ਆਲਵੇਜ਼ ਬੈਨੀਫੀਸ਼ੀਅਲ ਹੁੰਦਾ ਹੈ। ਉਹਦੇ 'ਚ ਕੀ ਹੈਗਾ ਕਿ ਜੇ ਉਹ ਟੈਕਸ ਭਰ ਦਿੰਦੇ ਹੈਗੇ ਆ ਤਾਂ ਇੱਕ ਨਾ ਇੱਕ ਬੈਨੀਫਿਟ ਹੁੰਦਾ ਹੈ, ਜਿਹਨੂੰ ਕਹਿੰਦੇ ਹੈਗੇ ਆਪਾਂ GST ਬੈਨੀਫਿਟ। ਜੋ ਟੈਕਸ ਭਰ ਦਿੰਦੇ ਆ ਤਾਂ ਉਹਨਾਂ ਨੂੰ GST ਬੈਨੀਫਿਟ ਵਾਪਸ ਮਿਲ ਜਾਂਦਾ। ਤਾਂ ਇੱਕ ਤਰੀਕੇ ਨਾਲ ਫਾਇਦਾ ਹੀ ਹੈ, ਸਟੂਡੈਂਟਸ ਨੂੰ ਭਰਨਾ ਚਾਹੀਦਾ ਹਮੇਸ਼ਾ ਟੈਕਸ। ਅਤੇ ਜਿਹੜੇ ਵਰਕ ਪਰਮਿਟ ਵਾਲੇ ਨੇ, ਹਾਂਜੀ ਅਫਕੋਰਸ ਉਹਨਾਂ ਨੂੰ ਤਾਂ ਭਰਨਾ ਹੀ ਪੈਂਦਾ। ਉਹਨਾਂ ਦੀ ਤਾਂ ਜਿਹਦੀ ਕੈਨੇਡਾ 'ਚ ਕਿਸੇ ਦੀ ਵੀ ਕੋਈ ਇਨਕਮ ਹੈਗੀ ਆ, ਉਹਨਾਂ ਨੂੰ ਤਾਂ ਟੈਕਸ ਭਰਨਾ ਪੈਂਦਾ। ਕਿਸੇ ਨੇ ਪਿਛਲੇ ਸਾਲ ਭਰਿਆ ਹੀ ਨਹੀਂ, ਭੁੱਲ ਗਿਆ, ਐਤਕੀ ਭਰ ਸਕਦਾ। ਹਾਂਜੀ, ਸਾਡੇ ਕੋਲ ਤਾਂ ਕਲਾਇੰਟ ਆਉਂਦੇ ਜਿਹੜੇ 4-5 ਸਾਲ ਭਰੇ ਹੀ ਨਹੀਂ ਹੁੰਦੇ ਕਈ ਕਿਸੇ ਨੇ, ਅਤੇ ਅਸੀਂ ਇਕੱਠੇ ਬਣਾ ਕੇ ਭਰ ਦਿੰਦੇ ਆ ਫਿਰ। ਅਤੇ ਇਹਦਾ ਨੁਕਸਾਨ ਕੀ ਹੁੰਦਾ ਜਿਹੜਾ ਟੈਕਸ ਨਹੀਂ ਭਰਦੇ? ਉਹਦੇ ਸਭ ਤੋਂ ਵੱਡਾ ਨੁਕਸਾਨ ਤਾਂ ਇਹੀ ਹੁੰਦਾ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ GST ਦਾ ਬੈਨੀਫਿਟ ਹੁੰਦਾ ਕਿਸੇ ਨੂੰ ਮਿਲਣਾ ਹੁੰਦਾ, ਉਹ ਨਹੀਂ ਮਿਲਦਾ ਅਗਰ ਤੁਸੀਂ ਨਹੀਂ ਭਰਿਆ ਹੋਇਆ। ਅਤੇ ਦੂਜਾ, ਅਗਰ ਉਹ ਟੈਕਸ ਓਇੰਗ ਹੈਗਾ ਕਿਸੇ ਦਾ, ਉਹਨਾਂ ਨੇ ਪੇ ਕਰਨਾ ਹੈ ਟੈਕਸ, ਤਾਂ ਉਹਦੇ ਵਿੱਚ ਉਹਨਾਂ ਨੂੰ ਫਿਰ ਉਹੀ 5% ਪੈਨਲਟੀ, 1% ਐਵਰੀ ਮੰਥ ਦੇ ਹਿਸਾਬ ਨਾਲ ਇੰਟਰਸਟ ਐਡ ਕਰ ਲੈਂਦੇ ਆ। ਤਾਂ ਜਦੋਂ ਭਰਦੇ ਆ ਤਾਂ ਫਿਰ ਉਹਨੂੰ ਸਾਰਾ ਪੇ ਕਰਨਾ ਪੈਂਦਾ ਵਾਪਸ। ਇਹ GST ਕੀ ਹੁੰਦੀ ਹੈ ਜੀ? ਕਈ ਲੋਕ ਕਹਿੰਦੇ ਵੀ ਫਲਾਨੇ ਅਕਾਊਂਟੈਂਟ ਤੋਂ ਟੈਕਸ ਭਰਾਇਆ ਸੀ, ਉਹ ਪੈਸੇ ਮੁੜਾ ਦਿੰਦਾ ਹੈ, ਅਤੇ ਫਲਾਨੇ ਤੋਂ ਭਰਾਇਆ ਸੀ, ਉਹਦੇ 'ਚ ਸਾਨੂੰ ਦੇਣੇ ਪਏ। ਇਹਦਾ ਕੀ ਚੱਕਰ ਹੁੰਦਾ ਜੀ? ਇਹ ਆਈ ਡੋਂਟ ਨੋ, ਮਿਸਕਨਸੈਪਸ਼ਨਸ ਹੀ ਹੈ, ਇੱਦਾਂ ਦਾ ਕੁਛ ਹੈਗਾ ਨਹੀਂ ਐਕਚੁਅਲੀ। ਤਾਂ ਜੇ ਅਗਰ ਰੂਲ ਬੁੱਕ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਰੇ ਅਕਾਊਂਟੈਂਟ ਅਗਰ ਫਾਈਲ ਪ੍ਰੋਪਰਲੀ ਕਰਦੇ ਹੋਣ ਤਾਂ ਇੱਕੋ ਹੀ ਟੈਕਸ ਰਿਟਰਨ ਬਣਨੀ ਚਾਹੀਦੀ ਹੈ ਸਾਰਿਆਂ ਦੀ। ਮਤਲਬ ਕੋਈ ਡਿਫਰੈਂਸ ਨਹੀਂ ਆਏਗਾ। ਫੋਰ ਐਗਜ਼ਾਮਪਲ ਮੈਂ ਭਰਦਾ, ਨਾਲ ਭਰਦਾ, ਸੀ ਦੋਨੋਂ ਪ੍ਰੋਪਰਲੀ ਭਰ ਰਹੇ ਹਾਂ ਉਹਨੂੰ, ਤਾਂ ਸਾਡਾ ਬਿਲਕੁਲ ਸੇਮ ਹੋਏਗਾ। ਪਰ ਇਹ ਹੁੰਦਾ ਹੈ ਕਿ ਅਗਰ ਕੋਈ ਕਲੇਮਸ ਗਲਤ ਕੀਤੇ ਹੈ, ਕਿਸੇ ਨੇ ਪ੍ਰੋਪਰਲੀ ਪਾਇਆ ਨਹੀਂ ਹੈਗਾ, ਜਾਂ ਕੋਈ ਓਵਰ ਕਲੇਮ ਕਰ ਲਈਆਂ ਚੀਜ਼ਾਂ, ਅਤੇ ਲੋਕ ਕਈ ਵਾਰ ਰਿਫੰਡ ਲੈ ਵੀ ਲੈਂਦੇ ਹਨ। ਸਾਡਾ ਸਿਸਟਮ ਜਿਹੜਾ ਕੈਨੇਡਾ ਦਾ ਟੈਕਸ ਸਿਸਟਮ ਉਹ ਇੱਦਾਂ ਹੈਗਾ, ਇਹ ਨਾ ਸੈਲਫ ਰਿਪੋਰਟਿੰਗ ਸਿਸਟਮ ਹੈ। ਫੋਰ ਐਗਜ਼ਾਮਪਲ ਮੈਂ ਅੱਜ ਟੈਕਸ ਰਿਟਰਨ ਭਰਨ ਗਿਆ ਹੈਗਾ, ਤਾਂ ਮੈਂ ਜੋ ਉੱਥੇ ਰਿਪੋਰਟ ਕਰੂੰਗਾ, ਚਾਹੇ ਉਹ ਸੱਚ ਹੈ ਝੂਠ ਹੈ, ਜੋ ਮੈਂ ਕਹਤਾ ਮੇਰੇ ਇੰਨੇ ਖਰਚੇ ਹੋਏ ਆ, ਮੇਰਾ ਇਹ ਹੋਇਆ, ਅਤੇ ਉਹਨਾਂ ਨੇ ਉਹਨੂੰ ਬਿਲੀਵ ਕਰਕੇ ਉਸ ਟਾਈਮ ਅਗਰ ਰਿਫੰਡ ਬਣਦਾ ਤਾਂ ਰਿਫੰਡ ਦੇ ਦੇਣਾ, ਅਗਰ ਪੇ ਕਰਨ ਵਾਲਾ ਤਾਂ ਪੇ ਕਰਨਾ। ਉਸ ਟਾਈਮ ਫਾਈਲਿੰਗ 'ਤੇ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਕਿਸੇ ਦੀ ਵੀ। ਵੈਰੀਫਿਕੇਸ਼ਨ ਵਾਸਤੇ ਫਿਰ ਉਹ ਅਲੱਗ ਤੋਂ ਜਿਹੜਾ ਹੈਗਾ September October ਦੇ ਵਿੱਚ ਵੈਰੀਫਿਕੇਸ਼ਨਾਂ ਸ਼ੁਰੂ ਹੁੰਦੀਆਂ, ਜਦੋਂ ਮੈਚਿੰਗ ਕਰਦੇ ਆ, ਫਿਰ ਦੇਖਦੇ ਆ, ਫਿਰ ਰਿਟਰਨ ਨਾਲ ਪਿਕ ਕਰਦੇ ਆ। ਇਸ ਕਰਕੇ ਜਿਹੜਾ ਔਨ ਫਾਈਲਿੰਗ ਅਗਰ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਉਹਨੇ ਰਿਫੰਡ ਦਵਾਤਾ ਅਤੇ ਤੁਸੀਂ ਨਹੀਂ ਰਿਫੰਡ ਦਵਾ ਰਹੇ, ਤਾਂ ਇਹਦਾ ਮਤਲਬ ਕੋਈ ਕਲੇਮ ਜਿਹੜੇ ਤੁਸੀਂ ਕੀਤੇ ਆ ਐਕਸਪੈਂਸਿਸ ਹੈ ਕੁਛ, ਉਹਦੇ ਵਿੱਚ ਕੋਈ ਇਸ਼ੂ ਹੈਗਾ। ਸਧਾਰਨ ਬੰਦਾ ਕਿਹੜੇ ਕਲੇਮ ਕਰ ਸਕਦਾ, ਜਾਂ ਕਿਹੜੇ ਕਲੇਮ ਕਰਨੇ ਚਾਹੀਦੇ ਉਹਨੂੰ, ਜਿਹਨੂੰ ਦੇਸੀ ਭਾਸ਼ਾ 'ਚ ਅਸੀਂ ਕਹਿੰਦੇ ਵੀ ਖਰਚੇ ਪਾ ਸਕਦਾ? ਜਿਹੜੇ ਇੰਪਲੋਈਜ਼ ਹੁੰਦੇ ਆ, ਇੰਪਲੋਈਜ਼ ਦੇ ਜਿਵੇਂ T4 ਹੈ ਤੁਹਾਡੇ ਕੋਲ, ਸਿੰਪਲ T4 ਦੇ ਵਿੱਚ ਤਾਂ ਤੁਹਾਡੇ ਕੋਲ ਆਪਸ਼ਨਸ ਬਹੁਤ ਘੱਟ ਹੁੰਦੀਆਂ। ਉਹਦੇ ਵਿੱਚ ਤਾਂ ਜਿਹੜਾ ਸਭ ਤੋਂ ਵੱਡਾ ਟੈਕਸ ਸੇਵਿੰਗ ਟੂਲ ਜਿਹੜੇ ਲੋਕ ਯੂਜ਼ ਕਰਦੇ ਉਹ RRSP ਹੁੰਦਾ। RRSP ਨਾਲ ਕੀ ਹੁੰਦਾ, ਤੁਹਾਡੇ ਜਿਹੜੀ ਟੈਕਸੇਬਲ ਇਨਕਮ ਹੈ ਉਹ ਰਿਡਿਊਸ ਹੋ ਜਾਂਦੀ ਹੈ, ਉਹਦੇ ਨਾਲ ਤੁਸੀਂ ਰਿਫੰਡ ਲੈ ਲੈਂਦੇ ਹੋ। ਬਾਕੀ ਜਿਹੜੇ ਬੇਸਿਕ ਡਿਡਕਸ਼ਨਸ ਮਿਲਦੀਆਂ ਹੈਗੀਆਂ ਤੁਹਾਨੂੰ, ਫੋਰ ਐਗਜ਼ਾਮਪਲ ਅਗਰ ਤੁਸੀਂ ਡੋਨੇਸ਼ਨ ਪੇ ਕੀਤੀ ਹੈ ਕਿਸੇ ਨੂੰ, ਚੈਰਿਟੀ ਨੂੰ, ਉਹਦੀ ਡਿਡਕਸ਼ਨ ਤੁਹਾਨੂੰ ਮਿਲੇਗੀ, ਜਾਂ ਮੈਡੀਕਲ ਐਕਸਪੈਂਸਿਸ ਤੁਹਾਡੇ ਹੈਗੇ ਆ, ਉਹਦੀ ਡਿਡਕਸ਼ਨ ਤੁਹਾਨੂੰ ਮਿਲੇਗੀ। ਬਾਕੀ ਜਿਹੜੀ ਸਪਾਊਜ਼ਲ ਹੁੰਦੇ ਤੁਹਾਡੀ, ਉਹ ਸ਼ੇਅਰਿੰਗ ਹੋ ਜਾਂਦੀ ਆ ਆਪਸ 'ਚ ਉਹਨਾਂ ਦੀ ਇਨਕਮ ਦੀ। ਅਤੇ ਬਸ ਇੰਨਾ ਕੀ ਥੋੜ੍ਹੇ ਹੋਰ ਵੀ ਹੈਗੇ ਆ, ਪਰ ਜੇ ਅਸੀਂ ਡਿਟੇਲ 'ਚ ਜਾਈਏ ਤਾਂ ਡਿਸਕਸ ਕਰ ਸਕਦੇ ਹਾਂ। ਬਟ ਮੋਸਟਲੀ ਜਿਹੜਾ ਇੰਪਲੋਈਜ਼ ਦੇ ਬਾਰੇ 'ਚ ਇਹੀ ਹੁੰਦਾ। ਅਤੇ ਇੱਕ ਕੋਵਿਡ ਦੇ ਦੌਰਾਨ ਲੋਕਾਂ ਨੂੰ ਸਰਬ ਮਿਲੀ ਸੀ, ਉਹਦਾ ਬਾਅਦ 'ਚ ਨਾਮ ਬਦਲ ਗਿਆ ਸੀ, ਉਹ ਪਿਛਲੇ ਸਾਲ ਵੀ ਮਿਲਦੇ ਰਹੇ। ਹੁਣ ਸੁਣਦੇ ਆ ਵੀ ਉਹ ਕਹਿੰਦੇ ਵਾਪਸ ਦੇਣੇ ਪੈਣੇ। ਹਾਂਜੀ, ਉਹਦਾ ਸੀਗਾ ਕਿ ਜਿਹੜੀ ਸਰਬ ਦੇ ਕਿਸੇ ਨੇ ਬੈਨੀਫਿਟ ਲਿੱਤੇ ਆ ਉਸ ਟਾਈਮ, ਅਤੇ ਅਗਰ ਤੁਹਾਡੀ ਇਸ ਸਾਲ ਦੀ 2021 ਦੀ ਇਨਕਮ 38,000 ਤੋਂ ਉੱਤੇ ਚਲੇ ਜਾਂਦੀ ਹੈ,
ਤਾਂ ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਸਰਵ ਦੇ ਪੈਸੇ ਮੋੜਨੇ ਪੈ ਸਕਦੇ ਆ। ਤੇ ਉਹਨਾਂ ਨੇ ਰੇਟ ਇੱਦਾਂ ਹੈਗਾ ਕਿ ਜਿਵੇਂ ਫॉर 38,000 ਤੋਂ ਉੱਪਰ ਜਿੰਨੀ ਜਾਂਦੀ ਹੈਗੀ ਹੈ ਇਨਕਮ, ਉਹਦੇ ਫॉर ਐਵਰੀ $1 ਤੁਹਾਨੂੰ ਜਿਹੜਾ 50 ਸੈਂਟ ਵਾਪਸ ਕਰਨੇ ਪੈਣੇ ਆ। ਤੇ ਇਹ ਕੰਬਾਈਨਡ ਇਨਕਮ ਹੁੰਦੀ ਹੈ, ਮਤਲਬ ਹਸਬੈਂਡ ਨੇ ਇਹ ਲਈ ਆ ਸਰਬ ਤੇ ਇਨਕਮ ਵਾਈਫ ਦੀ ਜ਼ਿਆਦਾ ਆ, ਦੋਵਾਂ ਦੀ 38 ਕ੍ਰਾਸ ਕਰ ਜਾਵੇ? ਨਹੀਂ, ਇੰਡੀਵਿਜੂਅਲੀ। ਇੰਡੀਵਿਜੂਅਲ? ਹਾਂਜੀ ਹਾਂਜੀ, ਇਕੱਲੇ ਇਕੱਲੇ ਦੀ ਹੈ। ਤੇ ਇੱਕ ਜਿਹੜੇ ਲੋਕ ਰੈਂਟ ਤੇ ਰਹਿੰਦੇ ਆ, ਉਹ ਰੈਂਟ ਕਿਸੇ ਤਰ੍ਹਾਂ ਕਲੇਮ ਕਰ ਸਕਦੇ ਹੁੰਦੇ ਆ, ਜਾਂ ਜੇ ਉਹਨੂੰ ਉਹ ਜਾਂ ਲੀਜ਼ ਕੀਤਾ ਹੈ ਜਾਂ ਕੁਝ? ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ 'ਚ ਨਹੀਂ ਹੈਗਾ, ਸਾਡੇ ਕੋਈ ਰੈਂਟ ਦੀ ਡਿਡਕਸ਼ਨ ਅਲਾਉਡ ਨਹੀਂ ਹੈ। ਤੇ ਆਮ ਤੌਰ ਦੇ ਉੱਤੇ ਕਿਹੜੀ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਵੀ ਟੈਕਸ ਫਾਈਲ ਕਰਨ ਵੇਲੇ? ਟੈਕਸ ਫਾਈਲ ਕਰਨ ਲੱਗੇ ਇਹੀ ਹੁੰਦਾ ਕਿ ਇੱਕ ਤਾਂ ਤੁਹਾਡੀ ਜਿਹੜੀ ਪਲੈਨਿੰਗ ਬਹੁਤ ਇੰਪੋਰਟੈਂਟ ਹੁੰਦੀ ਹੈ। ਫੋਰ ਐਗਜ਼ਾਮਪਲ ਲੋਕੀ ਅਸੀਂ ਤਾਂ ਸੁਜੈਸਟ ਕਰਦੇ ਹਾਂ ਤੁਸੀਂ ਆਪਣੀ ਇਨਕਮ ਦੇ ਹਿਸਾਬ ਨਾਲ ਟਰਾਈ ਕਰੋ ਕਿ ਤੁਸੀਂ ਜਿਹੜਾ ਆਪਣਾ ਜਨਵਰੀ ਫੈਬਰੂਰੀ ਦੇ ਵਿੱਚ ਜਿਹੜੇ ਹੈਗੇ ਇੱਕ ਵਾਰੀ ਆਪਣੀ ਸਾਰੇ ਡਾਕੂਮੈਂਟ ਇਕੱਠੇ ਕਰਕੇ ਰਿਵਿਊ ਕਰ ਲਓ, ਦੇਖ ਲਓ ਤੁਹਾਡੀ ਇਨਕਮ ਕਿੰਨੇ ਕੁ ਬਣਦੀ ਹੈ। ਤੇ ਉਹਦੇ ਹਿਸਾਬ ਨਾਲ ਅਗਰ ਤੁਸੀਂ RRSP ਲੈਣੀ ਹੈ, ਉਹਦੀ 1 ਮਾਰਚ ਹੁੰਦੀ ਹੈ ਲਾਸਟ ਡੇਟ, ਤੇ ਉਹ RRSP ਲੈ ਕੇ ਤੁਸੀਂ ਆਪਣੀ ਟੈਕਸ ਸੇਵਿੰਗ ਕਰੋ। ਤੇ ਦੂਜਾ ਇਹ ਹੈ ਕਿ ਔਨ ਟਾਈਮ ਜਿਹੜੀ ਹੈਗੀ ਤੁਸੀਂ ਹਮੇਸ਼ਾ ਆਪਣੀ ਟੈਕਸ ਫਾਈਲ ਕਰੋ। ਤੇ ਮੰਨ ਲਓ ਕੋਈ ਬੰਦਾ ਊਬਰ ਚਲਾਉਂਦਾ ਆ, ਉਹਦੀ ਇਨਕਮ ਕਿੱਦਾਂ ਗਿਣੀ ਜਾਂਦੀ ਆ, ਜਾਂ ਉਹਦੇ ਕੋਲੇ ਮਤਲਬ ਕੈਸ਼ ਕਿਤੇ ਉਹਨੂੰ ਆ ਰਿਹਾ ਆ, ਉਹਦੀ ਇਨਕਮ ਕਿੱਦਾਂ ਗਿਣੀ ਜਾਊਗੀ ਤੇ ਉਹ ਟੈਕਸ ਕਿੱਦਾਂ ਫਾਈਲ ਕਰੇ? ਜਿਵੇਂ ਤੁਸੀਂ ਊਬਰ ਚਲਾਉਂਦੇ ਹੋ ਜਾਂ ਸਕਿਪ ਦਾ ਡਿਸ਼ਿਜ਼ ਇਹ ਸਾਰੀ ਚੀਜ਼ਾਂ ਹੈਗੀਆਂ, ਉਹਨਾਂ ਦੀ ਇੱਕ ਤਾਂ ਸਟੇਟਮੈਂਟ ਹੁੰਦੀ ਹੈ ਉਹ ਜਿਹੜੀ ਇਸ਼ੂ ਕਰਦੇ ਆ ਇਹਨਾਂ ਨੂੰ। ਤੇ ਉਹ ਤੋਂ ਇਲਾਵਾ ਅਗਰ ਤੁਹਾਡੀ ਕੈਸ਼ ਇਨਕਮ ਹੁੰਦੀ ਹੈ ਤਾਂ ਉਹ ਫਿਰ ਅਗੇਨ ਇਸ ਸੈਲਫ ਰਿਪੋਰਟਿੰਗ ਸਿਸਟਮ, ਤੁਸੀਂ ਆਪ ਓਨੈਸਟਲੀ ਦੱਸ ਸਕਦੇ ਹੋ ਕਿ ਮੇਰੀ ਇੰਨੀ ਇਨਕਮ ਬਣੀ ਸੀਗੀ। ਜਿਹੜੇ ਐਕਸਪੈਂਸਿਸ ਤੁਹਾਡੇ ਉਹ ਕਲੇਮ ਕਰ ਸਕਦੇ ਆ ਰਿਲੇਟਿਵਲੀ, ਜਿਸ ਤਰ੍ਹਾਂ ਤੁਹਾਡਾ ਫੋਨ ਯੂਜ਼ ਕਰਦੇ ਹੋ, ਗੈਸ ਦੇ ਹੈਗੇ ਆ, ਗੱਡੀ ਦੇ ਹੈਗੇ ਆ। ਉਹਦੇ ਵਿੱਚ ਮੈਂ ਹਮੇਸ਼ਾ ਸਾਰਿਆਂ ਨੂੰ ਕਲਾਇੰਟਸ ਨੂੰ ਰეკਮੈਂਡ ਕਰਦਾ ਕਿ ਜਦੋਂ ਤੁਸੀਂ ਊਬਰ ਚਲਾ ਰਹੇ ਹੋ ਤਾਂ ਮੇਕ ਸ਼ੋਰ ਕਰੋ ਕਿ ਤੁਹਾਡੀ ਗੱਡੀ ਦੀ ਜਿਹੜੀ ਇੰਸ਼ੋਰੈਂਸ ਹੈਗੀ ਉਹਨੂੰ ਬਿਜ਼ਨਸ ਇੰਸ਼ੋਰੈਂਸ ਕਰਵਾਓ। ਕਿਉਂਕਿ ਹੁੰਦਾ ਕੀ ਹੈਗਾ ਕਿ ਤੁਸੀਂ ਪਰਸਨਲ ਗੱਡੀ ਦੇ ਪਰਸਨਲ ਨਾਂ 'ਤੇ ਇੰਸ਼ੋਰੈਂਸ ਲਿੱਤੀ ਹੁੰਦੀ ਹੈ ਤੇ ਵੈਸੇ ਤੁਸੀਂ ਬਿਜ਼ਨਸ ਕਰ ਰਹੇ ਹੋ। ਕੱਲ੍ਹ ਨੂੰ ਅਗਰ ਕੋਈ ਵੀ ਇਸ਼ੂ ਆਉਂਦਾ ਹੈਗਾ, CRA ਨੇ ਸਭ ਤੋਂ ਪਹਿਲਾਂ ਕਹਿਣਾ ਕਿ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਕਿਹੜੀ ਹੈਗੀ ਹੈ, ਤਾਂ ਬਿਜ਼ਨਸ ਇੰਸ਼ੋਰੈਂਸ ਹੈ ਹੀ ਨਹੀਂ, ਤੁਸੀਂ ਬਿਜ਼ਨਸ ਕਲੇਮ ਕਿਵੇਂ ਕਰ ਸਕਦੇ ਹੋ ਉਹਨੂੰ। ਤਾਂ ਹਮੇਸ਼ਾ ਇਸ ਚੀਜ਼ ਦਾ ਖਿਆਲ ਰੱਖੋ ਕਿ ਆਪਣੀ ਇੰਸ਼ੋਰੈਂਸ ਨੂੰ ਰਿਵਿਊ ਕਰੋ, ਉਹਨੂੰ ਬਿਜ਼ਨਸ ਇੰਸ਼ੋਰੈਂਸ ਕਰਵਾਓ। ਇੱਕ ਆਮ ਤੌਰ ਤੇ ਕਹਿੰਦੇ CRA ਫਾਈਲ ਪਿਕ ਕਰ ਲੈਂਦੀ ਰੈਂਡਮਲੀ, ਵੀ ਫਲਾਣੇ ਬੰਦੇ ਦੀ ਫਾਈਲ ਅੜਿੱਕ ਕੇ ਆ ਗਈ, ਹੁਣ ਉਹਦਾ ਸਾਰਾ ਜਿਹੜਾ ਉਹਨਾਂ ਨੇ ਫਿਰ ਉਹ $1 ਦਾ ਹਿਸਾਬ ਕੱਢ ਲੈਂਦੇ ਆ। ਇਹ ਫਾਈਲ ਕਿੱਦਾਂ ਚੱਕਦੇ ਆ ਜੀ? ਉਹ ਅੰਦਾਜ਼ੇ ਨਾਲ ਕਿਸੇ ਦੀ ਗਲਤੀ ਹੋਵੇ? ਇਹਨਾਂ ਦਾ ਜਿਹੜਾ ਸਿਸਟਮ ਹੁੰਦਾ ਉਹਦੇ ਕਈ ਚੀਜ਼ਾਂ ਹੁੰਦੀਆਂ। ਇੱਕ ਤਾਂ ਰੈਂਡਮ ਵੀ ਸਿਲੈਕਸ਼ਨਸ ਹੁੰਦੀਆਂ ਹੈਗੀਆਂ ਆਡਿਟ ਦੀਆਂ, ਉਹ ਰੈਂਡਮਸਲੀ ਜਿਵੇਂ ਤੁਹਾਡੇ ਸਿਸਟਮ ਹੈਗੇ ਆ ਕੰਪਿਊਟਰ ਸਪਿਟ ਕਰ ਦਿੰਦਾ ਕਿ ਇਹ ਫਾਈਲ ਰਿਵਿਊ ਕਰਨੀ ਹੈਗੀ ਆ। ਤੇ ਦੂਜਾ ਜਿਹੜਾ ਹੈਗਾ ਕਿ ਉਹ ਤੁਹਾਡਾ ਰੈਕਡ ਤਾਂ ਸਾਰਾ ਹੀ ਹੁੰਦਾ, ਈਅਰ ਬਾਈ ਈਅਰ ਦੇਖਦੇ ਹੈਗੇ ਆ, ਉਹ ਰਿਵਿਊ ਹੁੰਦਾ ਕਿ ਅਗਰ ਤੁਹਾਨੂੰ ਰੈੱਡ ਫਲੈਗਸ ਹੁੰਦੇ ਆ ਕਿਤੇ, ਕੋਈ ਫੋਰ ਐਗਜ਼ਾਮਪਲ ਕੋਈ ਬੰਦਾ ਕੰਸਿਸਟੈਂਟਲੀ ਜਿਹੜਾ ਹੈਗਾ ਲੇਟ ਫਾਈਲ ਕਰ ਰਿਹਾ ਜਾਂ ਗਲਤ ਫਾਈਲ ਕਰ ਰਿਹਾ, ਤਾਂ ਦੈਨ ਉਹ CRA ਜਿਹੜਾ ਹੈਗਾ ਫਾਈਲ ਨੂੰ ਰਿਵਿਊ ਵਾਸਤੇ ਪਿਕ ਕਰ ਸਕਦੇ ਆ। ਬਟ ਮੋਸਟ ਆਫ ਦਾ ਟਾਈਮ ਇਹ ਚੀਜ਼ਾਂ ਹੁੰਦੀਆਂ ਅਕਤੂਬਰ ਨਵੰਬਰ ਦੇ ਮਹੀਨੇ 'ਚ ਜ਼ਿਆਦਾਤਰ ਲੋਕਾਂ ਨੂੰ ਲੈਟਰਸ ਆਉਂਦੀਆਂ, ਤੇ ਉਹਦੇ 'ਚ ਦੋ ਚੀਜ਼ਾਂ ਕਈ ਵਾਰ ਲੋਕੀ ਕਨਫਿਊਜ਼ ਹੋ ਜਾਂਦੇ ਕਿ ਸ਼ਾਇਦ ਮੇਰਾ ਰਿਵਿਊ ਹੋ ਰਿਹਾ। ਕਈ ਵਾਰ ਕੀ ਹੁੰਦਾ ਜਦੋਂ ਤੁਸੀਂ ਰਿਟਰਨ ਫਾਈਲ ਕਰਦੇ ਹੋ ਤਾਂ ਉਹ ਕੁਝ ਡਾਕੂਮੈਂਟਸ ਤੁਹਾਡੇ ਮੰਗਣ ਵਾਸਤੇ ਵੀ ਈਮੇਲ ਲਿਖ ਦਿੰਦੇ ਆ। ਫੋਰ ਐਗਜ਼ਾਮਪਲ ਮੈਂ ਕੋਈ ਕਲੇਮ ਕੀਤੇ ਐਕਸਪੈਂਸਿਸ, ਉਹ ਮੈਨੂੰ ਲੈਟਰ ਆ ਗਈ ਕਿ ਇਹ ਐਕਸਪੈਂਸਿਸ ਤੁਹਾਨੂੰ ਬੈਕਅਪ ਡਾਕੂਮੈਂਟ ਭੇਜੋ। ਉਹ ਸਿੰਪਲ ਰਿਵਿਊ ਹੈਗਾ, ਉਹਦੇ 'ਚ ਕੋਈ ਆਡਿਟ ਨਹੀਂ ਹੈਗਾ, ਉਹ ਤਾਂ ਸਿਰਫ ਉਹ ਮੈਂ ਦੇਖਣਾ ਚਾਹੁੰਦੇ ਹਾਂ ਕਿ ਤੁਸੀਂ ਜੋ ਕਲੇਮ ਕੀਤਾ ਉਹ ਠੀਕ ਹੈ। ਤੇ ਉਹ ਤੋਂ ਇਲਾਵਾ ਜਿਹੜੀਆਂ ਐਕਚੁਅਲ ਰਿਵਿਊਜ਼ ਹੁੰਦੇ, ਆਡਿਟਸ ਹੁੰਦੇ ਆ, ਉਹ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਰੈਂਡਮ ਪਿਕ ਹੋ ਜਾਂਦੇ ਆ, ਕਈ ਵਾਰ ਫਿਰ ਰੈੱਡ ਫਲੈਗਸ ਹੁੰਦੇ ਆ ਤਾਂ ਪਿਕ ਹੋ ਜਾਂਦੇ ਆ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਹੈ ਟੈਕਸ ਫਾਈਲਿੰਗ ਬਾਰੇ ਸੰਜੇ ਵਰਮਾ ਜੀ ਦੇ ਨਾਲ। ਬਹੁਤ ਹੀ ਕੰਮ ਦੀਆਂ ਗੱਲਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਟਾਈਮ 'ਤੇ ਟੈਕਸ ਫਾਈਲ ਕਰੋ, ਇਹਦੇ ਬਾਰੇ ਪਹਿਲਾਂ ਜਾਣਕਾਰੀ ਜ਼ਰੂਰ ਲਓ। 30 ਅਪ੍ਰੈਲ ਅਜੇ ਲਾਸਟ ਡੇਟ ਹੈਗੀ ਆ, ਉਹ ਤੋਂ ਪਹਿਲਾਂ ਕਿਸੇ ਕੋਲੋਂ ਵੀ, ਕਿਸੇ ਐਕਸਪਰਟ ਕੋਲੋਂ ਵੀ ਜਾਣਕਾਰੀ ਲੈ ਕੇ ਆਪਣਾ ਟੈਕਸ ਫਾਈਲ ਜ਼ਰੂਰ ਕਰੋ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।